चर्चा अकाली दल वाले बड़े करते सी, उन्होंने बेचारिਆਂ ਨੂੰ बड़ा फिक्र ਸੀਗਾ। बस आई है जी ये फिर जी थोड़ा फर्क ਕੀਤਾ ਗਿਆ ਇਸ ਤਰ੍ਹਾਂ ਦੇ ਮਾਮਲੇ ਨੂੰ ਲੈ ਕੇ ਜਿਹੜੀ ਅੱਜ ਦੀ ਗੱਲਬਾਤ ਕੀਤੀ ਗਈ। ਦੇਖੋ ਵਿਜੀਲੈਂਸ ਦੇ ਡੀਐਸਪੀ ਸਾਹਿਬ ਨੇ ਮੈਨੂੰ ਸੁਨੇਹਾ ਦਿੱਤਾ ਸੀ ਕਿ ਤੁਹਾਡੇ ਉਲਟ ਕੋਈ ਸ਼ਿਕਾਇਤ ਆਈ ਹੈ। ਅਜੇ ਤਾਈਂ ਇਹ ਤਾਂ ਨਹੀਂ ਪਤਾ ਕਿ ਸ਼ਿਕਾਇਤ ਕਿਹਨੇ ਕੀਤੀ ਹੈ, ਕਿਉਂਕਿ ਮੈਂ ਕਿਹਾ ਸੀ ਕਿ ਸਾਨੂੰ ਦੱਸ ਦਿਓ ਕਿਹਨੇ ਕੀਤੀ ਹੈ, ਪਰ ਇਹ ਕੁਛ ਇਨਫੋਰਮੇਸ਼ਨ ਚਾਹੁੰਦੇ ਸੀਗੇ ਇਹਨਾਂ ਨੂੰ ਕਿਸੇ, ਸੋ ਮੈਂ ਕਿਹਾ ਸੀ ਜੋ ਵੀ ਇਨਫੋਰਮੇਸ਼ਨ ਚਾਹੁੰਦੇ ਆ ਅਸੀਂ ਮੁਹੱਈਆ ਕਰਾ ਦਿਆਂਗੇ। ਵੈਸੇ ਤਾਂ ਕਿਉਂਕਿ ਮੈਂ ਇਲੈਕਸ਼ਨਾਂ ਲੜਦਾ ਅਤੇ ਹਰੇਕ ਇਲੈਕਸ਼ਨ ਵਿੱਚ ਸਾਡਾ ਪੂਰਨ ਐਫੀਡੇਵਿਟ ਲੱਗਦਾ, ਜਿਹਦੇ ਵਿੱਚ ਸਾਡੀ ਪ੍ਰੋਪਰਟੀ ਦਾ ਜੋ ਕੁਛ ਹੈ ਉਹ ਸਭ ਇਨਫੋਰਮੇਸ਼ਨ ਹੁੰਦੀ ਹੈ। ਪਰ ਮੈਂ ਕਿਹਾ ਹੋਰ ਵੀ ਜੇ ਤੁਹਾਨੂੰ ਕੋਈ ਚਾਹੀਦੀ ਹੈ ਅਤੇ ਉਹ ਅਸੀਂ ਪ੍ਰੋਵਾਈਡ ਕਰਾ ਦਿਆਂਗੇ, ਕਿਉਂਕਿ ਮੈਂ ਜਾਂ ਮੇਰਾ ਜਿਹੜਾ ਪਰਿਵਾਰ ਹੈ ਸਾਰਾ ਇਨਕਮ ਟੈਕਸ ਪੇਈ ਹੈ। ਸੋ ਸਾਡੀ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਤਾਂ ਔਨਲਾਈਨ ਹੈ, ਚਾਹੇ ਕੋਈ ਬੰਦਾ ਇਨਕਮ ਟੈਕਸ ਵੈਬਸਾਈਟ ਤੋਂ ਵੀ ਚੈੱਕ ਕਰ ਸਕਦਾ। ਸੋ ਅਸੀਂ ਸਾਰੇ ਇਨਕਮ ਟੈਕਸ ਪੇਈ ਹੈ, ਸਾਡਾ ਸਭ ਕੁਝ ਔਨ ਪੇਪਰ ਹੈ, ਸਭ ਕੁਝ ਡਿਕਲੇਅਰਡ ਹੈ। ਸੋ ਇਸ ਕਰਕੇ ਮੈਂ ਕਿਹਾ ਜੀ ਜੇ ਤੁਹਾਨੂੰ ਕੁਝ ਫਿਰ ਵੀ ਚਾਹੀਦਾ ਹੈ ਤੇ ਉਹ ਅਸੀਂ ਤੁਹਾਨੂੰ ਮੁਹੱਈਆ ਕਰਾ ਦਿਆਂਗੇ। ਕਲੀਅਰ ਹੈ ਕਿ ਤੁਹਾਨੂੰ ਮਤਲਬ ਆਮਦਨ ਦੇ ਜ਼ਿਆਦਾ ਹੋਣ ਦੇ ਨਾਤੇ ਤੇ ਤੁਹਾਨੂੰ ਬੁਲਾਇਆ ਗਿਆ, ਯਾਨੀ ਕਿ ਸਰੋਤ ਤੋਂ ਵੱਧ ਜਿਹੜੀ ਆਮਦਨ ਤੋਂ ਉਸ ਨੂੰ ਲੈ ਕੇ ਬੁਲਾਇਆ ਗਿਆ। ਦੇਖੋ ਮੇਰੀ ਇੱਕ ਬੇਨਤੀ ਹੈ ਕਿ ਬਿਲਕੁਲ ਇਹਨਾਂ ਨੇ ਜੋ ਇਹ ਕਹਿ ਰਹੇ ਹੈ ਕਿ ਕਿਸੇ ਨੇ ਸ਼ਿਕਾਇਤ ਕੀਤੀ ਹੈ ਕਿ ਡਿਸਪ੍ਰੋਪੋਰਸ਼ਨੇਟ ਐਸਿਡ ਦੀ, ਅਤੇ ਮੈਂ ਇਹਨਾਂ ਨੂੰ ਹੱਸਦਾ ਸੀਗਾ ਕਿ ਜਦੋਂ ਦਾ ਮੈਂ ਸਿਆਸਤ 'ਚ ਆਇਆ ਉਦੋਂ ਦਾ ਮੈਂ ਸਮਝਦਾ ਕਿ ਗਵਾਇਆ ਜ਼ਿਆਦਾ ਬਣਿਆ ਘੱਟ ਹੈ। ਕੋਈ ਅਸੀਂ ਜ਼ਿਆਦਾ ਤੌਰ 'ਤੇ ਸਾਡੇ ਪਰਿਵਾਰ ਨੇ ਅਸੀਂ ਜਿਹੜੇ ਸਾਡੇ ਹੈਰੀਡਿਟਰੀ ਜਾਂ ਪੁਸ਼ਤੈਨੀ ਸਾਨੂੰ ਐਸਟ ਮਿਲੇ ਸੀ ਉਹ ਹਰੇਕ ਇਲੈਕਸ਼ਨ 'ਚ ਵਿਕਦੇ ਹੀ ਹੈ। ਸੋ ਇਸ ਕਰਕੇ ਮਤਲਬ ਕੋਈ ਸਿਆਸਤ ਵਿੱਚੋਂ ਇਹੋ ਜਿਹਾ ਨਾ ਤਾਂ ਫਾਇਦਾ ਲਿਆ ਅਤੇ ਨਾ ਹੀ ਲੈਣਾ, ਕਿਉਂਕਿ ਅਸੀਂ ਤਾਂ ਇੱਕ ਖੁੱਲ੍ਹੀ ਕਿਤਾਬ ਵਾਂਗੂ ਹਾਂ ਅਤੇ ਇਲਾਕੇ ਦੇ ਲੋਕ ਜਾਣਦੇ ਆ, ਹਜ਼ਾਰਾਂ ਦੇ ਕੰਮ ਕੀਤੇ। ਕੋਈ ਬੰਦਾ ਦੱਸੇ ਕਿ ਕਿਸੇ ਤੋਂ ਕਿਸੇ 1 ਰੁਪਈਏ ਦੇ ਵੀ ਰਾਹਦਾਰ ਹੋਵੇ, ਪਰ ਫਿਰ ਵੀ ਮੈਂ ਇਸ ਗੱਲ ਦਾ, ਕਿਉਂਕਿ ਜੇ ਕਿਸੇ ਨੂੰ ਇਤਰਾਜ਼ ਹੈ ਅਤੇ ਬਿਲਕੁਲ 100% ਮੈਂ ਤਾਂ ਅੱਗੇ ਕਿਹਾ ਗਿਆ ਜਿਹਦਾ ਖੁੱਲ੍ਹੀ ਕਿਤਾਬ ਹੈ, ਅਤੇ ਬਿਲਕੁਲ ਮੈਂ ਇਹਨਾਂ ਨੂੰ ਕਿਹਾ ਜੋ ਤੁਹਾਨੂੰ ਚਾਹੀਦਾ ਉਹ ਵੈਸੇ ਤਾਂ ਸਾਡਾ ਸਭ ਕੁਝ ਆਨਲਾਈਨ ਹੈ, ਫਿਰ ਵੀ ਜੇ ਤੁਹਾਨੂੰ ਕੁਝ ਚਾਹੀਦਾ ਅਸੀਂ ਤੁਹਾਨੂੰ ਮੁਹੱਈਆ ਕਰਾਂਗੇ। ਸੀ ਕਿ ਕੋਈ ਗੱਲਬਾਤ ਵਕੀਲ ਸਾਹਿਬ ਵੀ ਤੁਹਾਡੇ ਅੱਜ ਆਏ ਸੀ ਕਿ ਨਾਲ ਮੈਂ ਜੀ ਅੱਜ ਸਿਰਫ ਇਨਕਮ ਟੈਕਸ ਵਾਲੇ ਆਪਣੇ ਵਕੀਲ ਸਾਹਿਬ ਲਿਆਂਦੇ ਸੀ, ਉਹ ਮੇਰੇ ਇਨਕਮ ਟੈਕਸ ਦੇ ਵਕੀਲ ਹੈ। ਕਿਉਂਕਿ ਮੈਂ ਤੁਹਾਨੂੰ ਇੱਕ ਦੱਸਿਆ ਕਿ ਅਸੀਂ ਸਾਰੇ ਬੜੀ ਦੇਰ ਤੋਂ ਇਨਕਮ ਟੈਕਸ ਪੇਈ ਹੈ ਅਤੇ ਸਾਡਾ ਐਵਰੀਥਿੰਗ ਇਜ਼ ਔਨ ਰਿਕਾਰਡ ਐਂਡ ਔਨਲਾਈਨ ਔਨ ਪੇਪਰ। ਉਹਨਾਂ ਨੂੰ ਲਿਆਂਦਾ ਸੀ ਕਿ ਕਿਉਂਕਿ ਬੇਸਿਕਲੀ ਤਾਂ ਉਹਨਾਂ ਨੇ ਇਹਨਾਂ ਨੂੰ ਤਿਆਰ ਕਰਕੇ ਦੇਣਾ ਤਾਂ ਕਿ ਉਹ ਸਮਝ ਲੈਣੇ ਕੀ ਚਾਹੁੰਦੇ ਤੇ ਤਿਆਰ ਕਰਕੇ ਦੇ ਦੇਣੇ। ਬਾਅਦ ਵੀ ਤੁਹਾਨੂੰ ਕੋਈ ਬੁਲਾਇਆ ਗਿਆ ਜਾਂ ਨਹੀਂ? ਅਜੇ ਤੱਕ ਇਹਨਾਂ ਨੇ ਕੁਝ ਨਹੀਂ ਦੱਸਿਆ। ਇਹਨਾਂ ਨੇ ਕੁਝ ਇਨਫੋਰਮੇਸ਼ਨ ਲਿਖਾਈ ਹੈ ਜਿਹੜੀ ਮੇਰੇ ਇਨਕਮ ਟੈਕਸ ਵਾਲੇ ਜਿਹੜੇ ਵਕੀਲ ਨੇ ਉਹਨਾਂ ਨੇ ਨੋਟ ਕੀਤੀ ਹੈ ਅਤੇ ਉਹ ਇਹਨਾਂ ਨੂੰ ਬਣਾ ਕੇ ਦੇ ਦੇਣਗੇ। ਜੇ ਫਿਰ ਇਹ ਕੁਝ ਹੋਰ ਚਾਹਣਗੇ ਉਹ ਵੀ ਦੇ ਦੇਣਗੇ। ਕਿੰਨਾ ਸਮਾਂ ਗੱਲਬਾਤ ਹੁੰਦੀ ਰਹੀ ਤੁਹਾਡੇ ਨਾਲ, ਕਿੰਨੇ ਜਵਾਬ ਹੁੰਦੇ ਰਹੇ? ਕੋਈ ਨਹੀਂ, ਮੇਰੇ ਖਿਆਲ ਨਾਲ ਘੰਟਾ ਕੁ, ਸ਼ਾਇਦ ਘੰਟਾ 1.5 ਘੰਟਾ ਇਹਨਾਂ ਨੇ ਜੋ ਇਹਨਾਂ ਦੇ ਜੋ ਇਹ ਚਾਹੁੰਦੇ ਸੀ ਇਹਨਾਂ ਨੇ ਉਹ ਆਪਦੀਆਂ ਗੱਲਾਂ ਦੱਸੀਆਂ, ਅਤੇ ਜੋ ਇਹ ਚਾਹੁੰਦੇ ਆ ਉਹ ਮੇਰੇ ਵਕੀਲ ਸਾਹਿਬ ਨੇ ਨੋਟ ਕਰ ਲਈਆਂ, ਉਹ ਇਹਨਾਂ ਨੂੰ ਬਣਾ ਕੇ। ਢਿੱਲੋਂ ਸਾਹਿਬ ਪਹਿਲੀ ਕਾਲ ਸੀ ਜਾਂ ਪਹਿਲਾਂ ਵੀ ਕੋਈ? ਨਹੀਂ, ਪਹਿਲੀ ਵਾਰ। ਸਾਹਿਬ ਪੰਜਾਬ ਦੇ ਵਿੱਚ ਲਗਾਤਾਰ ਵਿਜੀਲੈਂਸ ਵੱਲੋਂ ਵੱਖ-ਵੱਖ ਲੀਡਰਾਂ ਦੀ ਕੋਈ ਵੀ ਪਾਰਟੀ ਹੋਵੇ ਜਾਂਚ ਕੀਤੀ ਰਹੀ ਹੈ। ਤੁਹਾਨੂੰ ਵੀ ਲੱਗਦਾ ਹੈ ਕਿ ਰਾਜਨੀਤਿਕ ਤੌਰ 'ਤੇ ਕਰ ਰਹੇ ਕਿ ਵਾਕਈ ਇਹ ਚੀਜ਼ ਦੀ ਜਾਂਚ ਕਰਨਾ ਚਾਹੁੰਦੇ ਹੋ? ਦੇਖੋ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਜਾਂਚ ਕੋਈ ਮਾੜੀ ਚੀਜ਼ ਨਹੀਂ, ਮੇਰੀ ਇੱਕ ਜਾਂਚ ਕੋਈ ਮਾੜੀ ਚੀਜ਼ ਨਹੀਂ। ਜ਼ਰੂਰ ਜਾਂਚ ਹੋਣੀ ਚਾਹੀਦੀ ਹੈ, ਸਾਰਿਆਂ ਦੀ ਹੋਣੀ ਚਾਹੀਦੀ ਹੈ, ਚਾਹੇ ਕੋਈ ਲੀਡਰ ਨੇ ਚਾਹੇ ਕੋਈ ਅਫਸਰ ਨੇ, ਸਾਰਿਆਂ ਦੀ ਜਾਂਚ ਹੋਣੀ ਚਾਹੀਦੀ ਹੈ। ਜੇ ਕਿਸੇ ਨੂੰ ਕਿਸੇ ਤੇ ਸ਼ਿਕਾਇਤ ਹੈ, ਜਾਂਚ ਕੋਈ ਮਾੜੀ ਚੀਜ਼ ਨਹੀਂ ਗੀ, ਜਾਂਚ ਜ਼ਰੂਰ ਹੋਣੀ ਚਾਹੀਦੀ ਹੈ। ਪਰ ਮੇਰੀ ਇੱਕ ਬੇਨਤੀ ਹੈ ਕਿ ਜਿਹੜੀ ਜਾਂਚ ਉਹ ਇਸ ਮੋਟਿਵ ਨਾਲ ਹੋਣੀ ਚਾਹੀਦੀ ਹੈ ਕਿ ਉਹ ਫੇਅਰ ਹੋਵੇ, ਉਹ ਜਾਇਜ਼ ਹੋਵੇ, ਉਹ ਫੇਅਰ ਹੋਵੇ। ਸਿਰਫ ਰਾਜਨੀਤਿਕ ਲਾਭ ਲੈਣ ਵਾਸਤੇ ਜਾਣ ਕੇ ਕਿਸੇ ਨੂੰ ਖੱਜਲ ਖੁਆਰ ਕੀਤਾ ਜਾਵੇ, ਉਹ ਗੱਲ ਮਾੜੀ ਹੈ। ਫਿਰ ਜਾਂਚ ਹਰੇਕ ਦੀ ਹੋਣੀ ਚਾਹੀਦੀ ਹੈ, ਮੈਂ ਇਸ ਗੱਲ ਦੇ ਹੱਕ ਵਿੱਚ ਹਾਂ। ਅਤੇ ਉਹਦੇ ਵਿੱਚੋਂ ਕਿਸੇ ਨੂੰ ਮੈਂ ਸਮਝਦਾ ਭੱਜਣਾ ਵੀ ਨਹੀਂ ਚਾਹੀਦਾ ਉਹਨੂੰ, ਕਿਉਂਕਿ ਅਸੀਂ ਜਿਹੜੇ ਸਿਆਸੀ ਬੰਦੇ ਹਾਂ, ਅਸੀਂ ਇੱਕ ਮਤਲਬ ਲੋਕਾਂ ਵਿੱਚ ਰਹਿਣ ਵਾਲੇ ਲੋਕ ਹਾਂ। ਸੋ ਇਸ ਕਰਕੇ ਸਾਡਾ ਜੀਵਨ ਹਰੇਕ ਨੂੰ ਪਤਾ ਹੁੰਦਾ। ਅਗਰ ਤੁਹਾਨੂੰ ਦੁਬਾਰਾ ਬੁਲਾਇਆ ਜਾਂਦਾ ਤਾਂ ਪੂਰਾ ਕੋਆਪਰੇਟ ਕਰੋ। ਮੈਂ ਕਿਹਾ ਜੀ 100% ਕਿਉਂ ਨਾ ਕਰਾਂਗੇ। ਮਤਲਬ ਸਾਡੇ ਕੋਲ ਕੋਈ ਲੁਕਾਉਣ ਨੂੰ ਹੀ ਹੈ ਨਹੀਂ ਜਿਹੜਾ ਅਸੀਂ ਲੁਕਾਉਣਾ।
ਜੇ ਸਭ ਕੁਝ ਆਨਲਾਈਨ ਹੈ, ਔਨ ਪੇਪਰ ਹੈ, ਜੋ ਇਹ ਪੁੱਛਣਗੇ ਅਸੀਂ ਦੇਣ ਨੂੰ ਤਿਆਰ ਹਾਂ। ਬਾਕੀ ਮੇਰੀ ਇੱਕ ਬੇਨਤੀ ਹੈ, ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਜਾਂਚ ਜ਼ਰੂਰ ਕਰੋ। ਮੈਂ ਜਿਵੇਂ ਅੱਗੇ ਕਿਹਾ ਫੇਰ ਹੋਣੀ ਚਾਹੀਦੀ। ਦੂਜੀ ਬੇਨਤੀ ਮੇਰੀ ਇਹ ਹੈ ਕਿ ਵਿਜੀਲੈਂਸ ਦੇ ਨਾਲ ਜਿਹੜੇ ਹੋਰ ਮਸਲੇ ਹੈ, ਜਿਹੜੇ ਲੋਕ ਹਿੱਤ ਦੇ ਮਸਲੇ ਹੈ, ਲੋਕਾਂ ਦੇ ਕੰਮ ਹੈ, ਉਹਨਾਂ ਵੱਲ ਵੀ ਜ਼ਰੂਰ ਧਿਆਨ ਦੇਣਾ ਚਾਹੀਦਾ ਕਿ ਲੋਕ ਨਾ ਸਫਰ ਕਰਨ। ਸਿਰਫ ਮਤਲਬ ਅਖਬਾਰਾਂ 'ਚ ਹੀ ਸੁਰਖੀਆਂ ਨਾ ਰਹਿਣ, ਲੋਕਾਂ ਦੇ ਵੀ ਮਸਲੇ ਹੱਲ ਹੋਣੇ ਚਾਹੀਦੇ ਹੈ, ਮੇਰੀ ਸੋਚ ਹੈ। ਦੂਜੀ ਬੇਨਤੀ ਇਹ ਹੈ ਕਿ ਇਹ ਵੀ ਜ਼ਰੂਰ ਦੇਖਣਾ ਚਾਹੀਦਾ, ਇੱਕ ਸਰਵੇ ਕਰਾਉਣਾ ਚਾਹੀਦਾ ਹੈ ਕਿ ਕੀ ਅੱਜ ਕਰਪਸ਼ਨ ਬੰਦ ਹੋ ਗਈ, ਕੀ ਤਹਿਸੀਲਾਂ ਵਿੱਚ ਜਾਂ ਦਫ਼ਤਰਾਂ ਵਿੱਚ ਕਰਪਸ਼ਨ ਬੰਦ ਹੋ ਗਈ। ਸੋ ਇਹ ਵੀ ਦੇਖਣਾ ਚਾਹੀਦਾ ਹੈ, ਕਿਉਂਕਿ ਜਦੋਂ ਸਰਕਾਰ ਕੋਈ ਚੱਲ ਰਹੀ ਹੁੰਦੀ ਹੈ ਤੇ ਉਹਨਾਂ ਨੂੰ ਇਹ ਵੀ ਆਪਦੇ ਆਪ ਨੂੰ ਵੀ ਕ੍ਰਾਸ ਚੈੱਕ ਕਰਨਾ ਚਾਹੀਦਾ ਕਿ ਅੱਜ ਹਾਲਾਤ ਕੀ ਨੇ ਥੱਲੇ। ਸੋ ਇਹ ਵੀ ਜ਼ਰੂਰ ਦੇਖਣਾ। ਸਰ ਤੁਹਾਡੇ ਸਮੇਂ 'ਚ ਬੜੇ ਅਫਸੋਸ ਦੀ ਗੱਲ ਹੈ, ਮੈਂ ਫੇਰ ਕਹਿੰਦਾ ਤੁਸੀਂ ਸਾਰੇ ਸਾਡੇ ਪ੍ਰੈਸ ਵਾਲੇ ਸ਼ਹਿਰ ਦੇ ਮੋਹਤਵਰ ਸੱਜਣ ਇੱਥੇ ਮੌਜੂਦ ਹੋ। ਮੈਂ ਅੱਜ ਫੇਰ ਕਹਿੰਦਾ ਕਿ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਹੈ ਕਿ ਮੈਂ ਬਹੁਤ ਸ਼ੌਕ ਤੇ ਚਾਅ ਨਾਲ ਫਰੀਦਕੋਟ ਸ਼ਹਿਰ ਵਿੱਚ ਵਿਕਾਸ ਦੇ ਕੰਮ ਕਰਵਾਏ ਸੀ। ਉਹ ਕੰਮ ਕਰਾਏ ਜਿਹੜੇ ਪਿਛਲੇ 20-25 ਸਾਲਾਂ 'ਚ ਨਾ ਹੋਇਆ ਤੇ ਨਾ ਹੀ ਗਾ ਹੋਣੇ। ਪਰ ਕੋਈ ਕੰਮ ਸਿਰਫ 5% ਅਧੂਰਾ ਪਿਆ, ਕੋਈ ਕੰਮ ਸਿਰਫ 10% ਅਧੂਰਾ ਪਿਆ, ਤੇ ਉਵੇਂ ਹੀ ਲਮਕਦੇ ਹੈ। ਜੇ ਉਹ ਕੰਮ ਨਹੀਂ ਸਿਰੇ ਲੱਗਦੇ ਤਾਂ ਜਿਹੜਾ ਇੰਨਾ ਪੈਸਾ ਅੱਗੇ ਲੱਗਿਆ ਹੋਇਆ ਉਹਨਾਂ ਕੰਮਾਂ ਤੇ ਉਹ ਵੀ ਸਾਰਾ ਖਰਾਬ ਹੋਏਗਾ, ਸਰਕਾਰੀ ਪੈਸਾ ਹੈ। ਸੋ ਮੇਰੀ ਤਾਂ ਇਹ ਬੇਨਤੀ ਹੈ ਕਿ ਸਭ ਦੇ ਟੈਂਡਰ ਪਾਸ ਹੋਏ ਹੋਏ ਹੈ, ਸਭ ਕੰਮਾਂ ਦੇ ਟੈਂਡਰ ਅਲਾਟ ਹੋਏ ਹੋਏ ਹੈ। ਉਹ ਤਾਂ ਆਨਗੋਇੰਗ ਕੰਮ ਹੈ, ਕੋਈ 5% ਰਹਿ ਗਿਆ, ਕੋਈ 10% ਰਹਿ ਗਿਆ। ਸਿਰਫ ਸਰਕਾਰ ਨੇ ਉਹਨਾਂ ਦੇ ਪੈਸੇ ਰੋਕ ਲਏ ਤੇ ਉਹ ਠੇਕੇਦਾਰਾਂ ਨੂੰ ਪੇਮੈਂਟ ਨਹੀਂ ਸਰਕਾਰ ਦੇ ਰਹੀ, ਇਸ ਕਰਕੇ ਠੇਕੇਦਾਰ ਕੰਮ ਨਹੀਂ ਕਰ ਰਹੇ। ਸੋ ਮੇਰੀ ਤਾਂ ਸਰਕਾਰ ਮੂਹਰੇ ਬੇਨਤੀ ਹੈ ਕਿ ਜਿਹੜਾ ਇੰਨਾ ਪੈਸਾ ਲੱਗਿਆ ਉਹ ਬਰਬਾਦ ਹੋ ਰਿਹਾ। ਸੋ 5-10% ਪਿੱਛੇ ਜਿਹੜੇ ਉਹ ਕੰਮ ਅਧੂਰੇ ਪਏ ਆ, ਥੋੜ੍ਹੇ ਜਿਹੇ ਪੈਸੇ ਪਿੱਛੇ ਉਹ ਕੰਮ ਖਰਾਬ ਨਹੀਂ ਹੋਣੇ ਚਾਹੀਦੇ ਤੇ ਸਾਡੇ ਇਲਾਕੇ ਦੇ ਲੋਕ ਸਫਰ ਨਹੀਂ ਕਰਨਾ ਚਾਹੀਦੇ। ਸਰ ਮੁਹੱਲਾ ਸਰ ਅੱਜ ਸਾਬਕਾ ਕਾਂਗਰਸ ਵਿਧਾਇਕ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਸਰ ਕੀ ਮਾਮਲਾ ਤੇ ਕੀ ਕਾਰਵਾਈ ਹੈ? ਅੱਜ ਜਿਹੜੇ ਕੁਸ਼ਲਦੀਪ ਢਿੱਲੋਂ ਸਾਬਕਾ ਐਮਐਲਏ ਫਰੀਦਕੋਟ ਤੋਂ ਹੈਗੇ ਆ, ਇਹਨਾਂ ਨੂੰ ਅੱਜ ਇੱਥੇ ਦਫ਼ਤਰ 'ਚ ਬੁਲਾਇਆ ਗਿਆ ਸੀ। ਇਹਨਾਂ ਦੇ ਵਿਰੁੱਧ ਇੱਕ ਸਾਡੇ ਕੋਲ ਸ਼ਿਕਾਇਤ ਹੈਗੀ ਆ, ਜਿਹਦੇ ਵਿੱਚ ਇਹਨਾਂ ਨੇ ਵਿੱਤ ਤੋਂ ਵੱਧ ਜਾਇਦਾਦ ਬਣਾਉਣ ਬਾਰੇ ਆਪਣੇ ਪਰਿਵਾਰਕ ਮੈਂਬਰ ਤੇ ਕੋਈ ਬੇਨਾਮੀ ਜਾਇਦਾਦ ਵੀ ਜਿਹੜੀ ਕੋਈ ਕਿਸੇ ਦੇ ਨਾਂ ਤੇ ਬਣਾਉਣ ਬਾਰੇ ਜਿਹੜਾ ਸਾਡੇ ਕੋਲ ਹੈਗਾ, ਅਸੀਂ ਉਹਦੀ ਪੜਤਾਲ ਕਰ ਰਹੇ ਹਾਂ। ਅੱਜ ਜਿਹੜੇ ਇਹਨਾਂ ਨੂੰ ਵਿਜੀਲੈਂਸ ਦੇ ਜਿਹੜੇ ਪਰਫਾਰਮੇ ਆ ਉਹ ਭਰਨ ਵਾਸਤੇ ਦਿੱਤੇ ਗਏ ਆ, ਜਿਹਦੇ 'ਚ ਸਾਰੇ ਆਪਣੇ ਪ੍ਰਾਪਰਟੀ ਦੇ ਵੇਰਵੇ ਜਿਹੜੇ ਦਰਜ ਕਰਕੇ ਸਾਨੂੰ ਇਹਦੀ ਉਹ ਦੇਣਗੇ। ਔਰ ਕੁਛ ਇਹਨਾਂ ਨੇ ਜਿਹੜੇ ਸਾਨੂੰ ਵੇਰਵੇ ਦਿੱਤੇ ਸੀਗੇ ਉਹਦੇ 'ਚ ਕੁਝ ਅਧੂਰੇ ਸੀਗੇ, ਜਿਹਦੇ ਕਰਕੇ ਦੁਬਾਰਾ ਸਾਨੂੰ ਇਹ ਫਿਰ ਵੀ ਦੇਣਗੇ ਜੀ। ਪਹਿਲਾਂ ਵੀ ਸਰ ਇਹਨਾਂ ਨੂੰ ਕਦੇ ਬੁਲਾਇਆ ਗਿਆ ਜਾਂ ਕੋਈ ਸੰਮਨ ਜਾਰੀ ਕੀਤਾ ਸੀ? ਨਹੀਂ, ਪਹਿਲਾਂ ਮਤਲਬ ਕਾਲ ਇਹਨਾਂ ਨੂੰ ਬੁਲਾਇਆ ਸੀਗਾ, ਬਟ ਉਦੋਂ ਇਹ ਕਿਸੇ ਵਜ੍ਹਾ ਕਰਕੇ ਅਵੇਲੇਬਲ ਨਹੀਂ ਸੀ ਹੋ ਸਕੇ, ਇਸ ਕਰਕੇ ਸਾਡੇ ਕੋਲ ਅੱਜ ਆਏ। ਕੋਈ ਦੁਬਾਰਾ ਵੀ ਇਹਨਾਂ ਨੂੰ ਬੁਲਾਇਆ? ਹਾਂ, ਜਦੋਂ ਇਹ ਪ੍ਰਾਪਰਟੀ ਦੀ ਸਾਰੀ ਸਾਨੂੰ ਇਹ ਪਰਫਾਰਮੇ ਦੇਣਗੇ ਭਰ ਕੇ, ਜੇ ਉਹਦੇ 'ਚ ਕੋਈ ਸਾਨੂੰ ਲੱਗੇਗਾ ਵੀ ਹਾਂ ਵੀ ਇਹਨਾਂ ਨੇ ਇਨਫੋਰਮੇਸ਼ਨ ਅਧੂਰੀ ਦਿੱਤੀ ਹੈ ਤੇ ਦੁਬਾਰਾ ਵੀ ਬੁਲਾਵਾਂਗੇ। ਸਰ ਜਿਹੜੀ ਕੰਪਲੇਨ ਆ ਉਹ ਇੰਡੀਵਿਜੂਅਲ ਹੈ ਜਾਂ ਸਰਕਾਰ ਵੱਲੋਂ? ਨਹੀਂ, ਇਹ ਸਾਡੇ ਕੋਲ ਵਿਜੀਲੈਂਸ ਇਨਕੁਆਇਰੀ ਹੈ ਜੀ। ਇਹਨਾਂ ਦੀ ਵਿਜੀਲੈਂਸ ਇਨਕੁਆਇਰੀ ਹੈ ਜਿਹੜੀ ਇਹ ਸੋਰਸ ਬੋਰਡ ਦੇ ਉੱਤੇ ਦਰਜ ਹੁੰਦੀ ਹੈ। ਕੁਝ ਪਤਾ ਲੱਗ ਸਕਦਾ ਕਿ ਉਹ ਕਿਹੜੀ ਸੰਪੱਤੀ ਲੈ ਕੇ ਤੁਸੀਂ? ਇਹ ਸਾਡਾ ਜਿਹੜਾ ਮੈਟਰ ਹਲੇ ਸੀਕ੍ਰੇਟ ਹੈ। ਸਰ ਪਹਿਲੀ ਕਾਲ ਸੀ, ਪਹਿਲੀ ਕਾਲ ਤੇ ਉਹ ਆਏ ਆ, ਰਿਸਪੌਂਸ ਉਹਨਾਂ ਦਾ ਕਿਸ ਤਰੀਕੇ ਦਾ ਰਿਹਾ, ਸਵਾਲ ਜਵਾਬ ਕਿਸ ਤਰੀਕੇ ਨਾਲ ਰਿਹਾ? ਨਹੀਂ, ਫਿਲਹਾਲ ਤਾਂ ਦੇਖੋ ਜੋ ਅਸੀਂ ਜਿਹੜਾ ਜਿਵੇਂ ਜੋ ਉਹਨਾਂ ਨੂੰ ਸਵਾਲ ਪੁੱਛੇ ਆ ਉਹਨਾਂ ਨੇ ਸਾਨੂੰ ਕੋਆਪਰੇਟ ਕੀਤਾ। ਬਾਕੀ ਜਿਹੜੀ ਪ੍ਰਾਪਰਟੀ ਬਾਰੇ ਕੋਈ ਬੇਨਾਮੀ ਪ੍ਰਾਪਰਟੀ ਹੈ ਉਹਦੇ ਜੇ ਸਾਨੂੰ ਨਹੀਂ ਕੋਆਪਰੇਟ ਕਰਨਗੇ ਤੇ ਅਸੀਂ ਉਸ ਤਰੀਕੇ ਨਾਲ ਫਿਰ ਆਪਣਾ ਅਲੱਗ ਪੁੱਛਗਿੱਛ ਕਰਾਂਗੇ ਜੀ। ਸਰ ਜੋ ਵੇਰਵੇ ਦੀ ਮੰਗ ਉਹਨਾਂ ਤੋਂ ਕੀਤੀ ਗਈ ਹੈ ਉਹਦੇ ਲਈ ਕੋਈ ਸਮਾਂ ਵੀ ਦਿੱਤਾ ਗਿਆ ਵੀ ਇੰਨੇ ਸਮੇਂ 'ਚ ਸਾਨੂੰ? ਉਹ ਸਾਨੂੰ ਜਲਦੀ ਦੇਣਗੇ ਜੀ। ਉਹਨਾਂ ਨੂੰ ਕਿਹਾ, ਉਹ ਕਹਿੰਦੇ ਵੀ ਸਾਨੂੰ ਜੋ ਅਸੀਂ ਵਿਦਿਨ ਵੀਕ ਸਾਨੂੰ ਟਾਈਮ ਦਿਓ। ਕਹਿੰਦੇ ਕਾਗਜ਼ ਤਿਆਰ ਕਰਨੇ ਹੁੰਦੇ ਆ ਤੇ ਉਹ ਕਰਵਾ ਕੇ ਕਿਤੋਂ ਮਹਿਕਮੇ 'ਚ ਵੀ ਲੈਣਾ ਰਿਕਾਰਡ, ਉਹ ਜਲਦੀ ਦੇਣਗੇ ਸਾਨੂੰ। ਜਿਹੜੀ ਸੰਪੱਤੀ ਤੁਸੀਂ ਕਹਿ ਰਹੇ ਹੋ ਜੀ ਜਾਂਚ ਕੀਤੀ ਹੈ, ਇਹਦੀ ਕੋਈ ਆંકੜਿਆਂ 'ਚ ਹੈ ਵੀ ਕਿੰਨੇ ਕਰੋੜ ਜਾਂ ਲੱਖ ਦੀ ਹੈ? ਨਹੀਂ, ਹਲੇ ਇਹਨੂੰ ਕਾਊਂਟ ਨਹੀਂ ਕੀਤਾ ਜੀ। ਹਲੇ ਕਾਊਂਟ ਨਹੀਂ ਕਰ ਰਹੇ। ਉਹ ਇਹ ਸਾਰਾ ਜਦੋਂ ਉਹਨਾਂ ਵੱਲੋਂ ਵੇਰਵੇ ਆ ਜਾਣਗੇ ਜੀ, ਅਸੀਂ ਉਸ ਤੋਂ ਬਾਅਦ ਫਿਰ ਸਾਰੀ ਇਹਦੀ ਟੋਟਲ ਦੇਖਾਂਗੇ ਵੀ ਹਾਂ ਵੀ ਇਹਨਾਂ ਨੇ ਕਿੰਨੀ ਇਹਨਾਂ ਦੀ ਇਨਕਮ ਸੀਗੀ ਤੇ ਕਿੰਨੇ ਇਹਨਾਂ ਨੇ ਅੱਗੇ ਪ੍ਰਾਪਰਟੀ ਬਣਾਈ ਹੈ, ਉਹਦੇ ਮੁਤਾਬਕ ਅਗਲੀ ਜਿਹੜੀ ਕਾਰਵਾਈ ਹੋਏਗੀ।